ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ ਆਨਲਾਈਨ ਸਟੱਡੀ ਦੇ YouTube ਚੈਨਲ 'ਤੇ। ਅੱਜ ਅਸੀਂ ਆਪਣੀ 8ਵੀਂ ਸ਼੍ਰੇਣੀ ਦੀ ਪਾਠ ਪੁਸਤਕ ਪਹਿਲੀ ਭਾਸ਼ਾ ਵਿੱਚੋਂ ਪਾਠ ਨੰਬਰ 8 ਬਾਬਾ ਫਰੀਦ ਜੀ ਦੇ ਜੀਵਨ ਬਾਰੇ ਪੜ੍ਹਨ ਜਾ ਰਹੇ ਹਾਂ, ਜੋ ਕਿ ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਦਾ ਲਿਖਿਆ ਹੋਇਆ ਹੈ। ਆਓ ਪਹਿਲਾਂ ਅਸੀਂ ਪਿਆਰਾ ਸਿੰਘ ਪਦਮ ਜੀ ਬਾਰੇ ਜਾਣੀਏ। ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਦਾ ਜਨਮ 28 ਦਸੰਬਰ 1921 ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁੰਗਰ ਰਾਣੇ ਹੋਇਆ ਸੀ। ਮੁੱਢਲੀ ਸਿੱਖਿਆ ਤੋਂ ਬਾਅਦ ਪਦਮ ਨੇ ਪ੍ਰਭਾਕਰ ਅਤੇ ਗਿਆਨੀ ਕੀਤੀ। ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਉੱਚੇ ਅਤੇ ਸਨਮਾਨਯੋਗ ਅਹੁਦੇ ਉੱਤੇ ਨਿਯੁਕਤ ਰਹੇ। ਨੌਕਰੀ ਉੱਤੋਂ ਸੇਵਾ ਮੁਕਤ ਹੋਣ ਮਗਰੋਂ ਵੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਸਾਹਿਤਕ ਕਾਰਜਾਂ ਵਿੱਚ ਲੱਗੇ ਰਹੇ। ਅੱਜ ਅਸੀਂ ਉਹਨਾਂ ਦੁਆਰਾ ਲਿਖਿਆ ਲੇਖ ਬਾਬਾ ਫਰੀਦ ਜੀ ਦੇ ਜੀਵਨ ਬਾਰੇ ਪੜ੍ਹਨ ਜਾ ਰਹੇ ਹਾਂ। ਇਸ ਵਿੱਚ ਅਸੀਂ ਬਾਬਾ ਫਰੀਦ ਜੀ ਦੇ ਜੀਵਨ ਬਾਰੇ, ਤਪ ਤਿਆਗ ਬਾਰੇ, ਪ੍ਰਭੂ ਭਗਤੀ ਬਾਰੇ, ਉਹਨਾਂ ਦੀਆਂ ਸਿੱਖਿਆਵਾਂ ਬਾਰੇ, ਕਰਾਮਾਤਾਂ ਬਾਰੇ ਪੜ੍ਹਾਂਗੇ। ਫਿਰ ਪਾਠ ਸ਼ੁਰੂ ਕਰਦੇ ਹਾਂ। ਸ਼ੇਖ ਫਰੀਦ ਸ਼ਕਰਗੰਜ ਪੰਜਾਬ ਦੇ ਮਸ਼ਹੂਰ ਸੂਫੀ ਫਕੀਰ ਹੋਏ ਹਨ। ਆਪ ਨੇ ਸਾਰੀ ਜ਼ਿੰਦਗੀ ਤਪ ਤਿਆਗ ਤੇ ਸਬਰ ਸੰਤੋਖ ਨਾਲ ਗੁਜ਼ਾਰੀ ਅਤੇ ਸਾਰੇ ਮਨੁੱਖਾਂ ਨੂੰ ਪ੍ਰੇਮ ਪਿਆਰ ਦਾ ਸਬਕ ਪੜ੍ਹਾਇਆ। ਪਿਆਰੇ ਵਿਦਿਆਰਥੀਓ, ਫਰੀਦ ਜੀ ਇੱਕ ਪ੍ਰਸਿੱਧ ਸੂਫੀ ਫਕੀਰ ਸਨ। ਸਭ ਤੋਂ ਪਹਿਲਾਂ ਸੂਫੀ ਸ਼ਬਦ ਬਾਰੇ ਤੁਹਾਨੂੰ ਦੱਸ ਦਈਏ। ਇਸ ਬਾਰੇ ਅਲੱਗ-ਅਲੱਗ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਹਨ। ਸੂਫੀ ਇੱਕ ਮੁਸਲਮਾਨ ਲੋਕਾਂ ਦਾ ਫਿਰਕਾ ਜੋ ਕਾਲੇ ਰੰਗ ਦੇ ਕੱਪੜੇ ਪਹਿਨਦੇ ਹਨ। ਕਈ ਵਿਦਵਾਨ ਅਰਬੀ ਭਾਸ਼ਾ ਵਿੱਚ ਇਸ ਨੂੰ ਸਾਫ਼ ਜਾਂ ਪਵਿੱਤਰ ਕਰਨਾ ਵੀ ਕਹਿੰਦੇ ਹਨ। ਆਓ ਉਸ ਤੋਂ ਅੱਗੇ ਅਗਲਾ ਪੈਰਾ ਸ਼ੁਰੂ ਕਰਦੇ ਹਾਂ। ਆਪ ਦਾ ਜਨਮ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਪਿਤਾ ਸ਼ੇਖ ਜਮਾਲੂਦੀਨ ਦੇ ਘਰ ਮਾਤਾ ਕਰਸੁਮ ਦੀ ਕੁੱਖੋਂ 1173 ਈਸਵੀ ਵਿੱਚ ਹੋਇਆ। ਮੁੱਢਲੀ ਵਿੱਦਿਆ ਹਾਸਲ ਕਰਕੇ ਆਪ ਮੁਲਤਾਨ ਚਲੇ ਗਏ ਤੇ ਉੱਥੇ 5-7 ਸਾਲ ਪੜ੍ਹਦੇ ਰਹੇ। ਇੱਥੋਂ ਫਰੀਦ ਜੀ ਕਈ ਵਾਰ ਦਿੱਲੀ ਵੀ ਗਏ ਅਤੇ ਕਿੰਨਾ ਅਰਸਾ ਹਾਂਸੀ ਹਿਸਾਰ ਵੱਲ ਤਪੱਸਿਆ ਕਰਦੇ ਰਹੇ। ਅਖੀਰ ਉਹਨਾਂ ਸਤਲੁਜ ਕੰਢੇ ਪਾਕਪਟਨ ਆ ਨਿਵਾਸ ਕੀਤਾ। ਉਹਨਾਂ ਦੀ ਪਵਿੱਤਰ ਰੂਹਾਨੀ ਜ਼ਿੰਦਗੀ ਤੇ ਤਿਆਗ ਵਿਰਾਗ ਵਾਲੀ ਰਹਿਣੀ ਸਹਿਣੀ ਦੇਖ ਕੇ ਆਪ ਦੇ ਮੁਰਸ਼ਦ ਬਖਤਿਆਰ ਕਾਕੀ ਇੰਨੇ ਪ੍ਰਸੰਨ ਹੋਏ ਕਿ ਉਹਨਾਂ ਆਪਣੀ ਗੱਦੀ ਹੀ ਫਰੀਦ ਜੀ ਦੇ ਹਵਾਲੇ ਕਰ ਦਿੱਤੀ। ਇਸ ਜ਼ਿੰਮੇਵਾਰੀ ਨੂੰ ਉਹਨਾਂ ਲਗਾਤਾਰ 32 ਵਰ੍ਹੇ ਨਿਭਾਇਆ ਤੇ ਆਪਣੇ ਸੇਵਕਾਂ ਨੂੰ ਮੁਹੱਬਤ ਤੇ ਮਧੁਰਤਾ ਦਾ ਉਪਦੇਸ਼ ਦਿੱਤਾ। ਪਿਆਰੇ ਵਿਦਿਆਰਥੀਓ, ਆਓ ਇਸ ਨੂੰ ਧਿਆਨ ਨਾਲ ਸਮਝੀਏ। ਫਰੀਦ ਜੀ ਦਾ ਜਨਮ 1173 ਵਿੱਚ ਕੋਠੀਵਾਲ ਵਿੱਚ ਹੋਇਆ। ਆਪ ਦੀ ਜ਼ਿੰਦਗੀ ਤਪ ਤਿਆਗ ਵਾਲੀ ਤੇ ਰੱਬੀ ਰੂਹਾਨੀ ਵਾਲੀ ਸੀ ਤੇ ਆਪ ਆਪਣੇ ਸੇਵਕਾਂ ਨੂੰ ਪਿਆਰ, ਮੁਹੱਬਤ ਤੇ ਮਧੁਰਤਾ ਦੇ ਉਪਦੇਸ਼ ਦਿੰਦੇ ਸਨ। ਆਓ ਹੁਣ ਅਗਲਾ ਪੈਰਾ ਸ਼ੁਰੂ ਕਰਦੇ ਹਾਂ। ਸ਼ੇਖ ਫਰੀਦ ਉੱਚੀ ਕਰਨੀ ਵਾਲੇ ਫਕੀਰ ਸਨ ਤੇ ਆਪ ਦਾ ਜੀਵਨ ਬੜਾ ਹੀ ਸਰਲ, ਸਾਦਾ, ਸਬਰ ਸੰਤੋਖ ਤੇ ਗਰੀਬੀ ਵਾਲਾ ਸੀ। ਉਹ ਮਸਾਂ ਹੀ ਗੁਜ਼ਾਰਾ ਕਰਦੇ ਸਨ। ਕੱਚਾ ਕੋਠਾ, ਜੁਆਰ ਦੀ ਰੋਟੀ
ਉਬਲੇ ਹੋਏ ਛੋਲੇ ਤੇ ਸਧਾਰਨ ਕੰਬਲੀ ਹੀ ਉਹਨਾਂ ਦੀ ਸਾਰੀ ਦੌਲਤ ਸੀ। ਜੋ ਬਾਹਰੋਂ ਚੜਾਵਾ ਆਉਂਦਾ ਉਹ ਫਕੀਰਾਂ ਦੇ ਲੰਗਰ ਵਿੱਚ ਪਾ ਛੱਡਦੇ ਤੇ ਗਰੀਬਾਂ ਨੂੰ ਵੰਡ ਦਿੰਦੇ। ਉਹਨਾਂ ਦਾ ਸੁਭਾਅ ਇਤਨਾ ਮਿੱਠਾ ਤੇ ਮਨੋਹਰ ਸੀ ਕਿ ਲੋਕ ਆਪ ਨੂੰ ਸ਼ੱਕਰਗੰਜ, ਮਿਠਾਸ ਦਾ ਭੰਡਾਰ ਕਹਿ ਕੇ ਯਾਦ ਕਰਦੇ ਸਨ। ਇਹ ਗੱਲ ਬਿਲਕੁਲ ਸੱਚ ਹੈ ਕਿ ਜਿੰਨੇ ਵੀ ਗੁਰੂ ਦਰਵੇਸ਼ ਹੋਏ ਹਨ, ਉਹਨਾਂ ਦੇ ਜੀਵਨ ਤੋਂ ਅਸੀਂ ਇਹੋ ਹੀ ਜਾਣਦੇ ਹਾਂ ਕਿ ਉਹ ਹਮੇਸ਼ਾ ਸਾਦਾ ਜੀਵਨ ਬਤੀਤ ਕਰਦੇ ਸਨ ਤੇ ਸਬਰ ਸੰਤੋਖ ਵਾਲਾ, ਕਿਉਂਕਿ ਉਹਨਾਂ ਦੇ ਜੀਵਨ ਦਾ ਸਾਰ ਹਮੇਸ਼ਾ ਪ੍ਰਭੂ ਭਗਤੀ ਹੀ ਰਿਹਾ ਹੈ ਤੇ ਉਹ ਦੁਨਿਆਵੀ ਚੀਜ਼ਾਂ ਨਾਲ ਘੱਟ ਹੀ ਮੋਹ ਰੱਖਦੇ ਸਨ। ਉਹਨਾਂ ਨੂੰ ਜੋ ਵੀ ਮਿਲਦਾ ਉਹ ਗਰੀਬਾਂ ਵਿੱਚ ਵੰਡ ਦਿੰਦੇ ਸਨ। ਅਗਲੀਆਂ ਸਤਰਾਂ ਵਿੱਚ ਅਸੀਂ ਪੜ੍ਹਦੇ ਹਾਂ ਕਿ ਉਹ ਹਰ ਹਿੰਦੂ ਮੁਸਲਮਾਨ ਨੂੰ ਬਰਾਬਰ ਪਿਆਰ ਸਤਿਕਾਰ ਦਿੰਦੇ। ਉਹ ਰੱਬੀ ਪਿਆਰ ਨਾਲ ਨਿਮਰਤਾ ਧਾਰਨ ਦੀ ਪ੍ਰੇਰਨਾ ਕਰਦੇ ਸਨ। ਆਪ ਨੇ ਪੰਜਾਬੀ ਵਿੱਚ ਜੋ ਸ਼ਬਦ ਤੇ ਸ਼ਲੋਕ ਲਿਖੇ ਉਹ 100 ਤੋਂ ਵੱਧ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਹਨਾਂ ਵਿੱਚ ਵੀ ਆਪ ਨੇ ਜੋ ਉਪਦੇਸ਼ ਦਿੱਤਾ ਉਹ ਇਹੋ ਹੈ ਕਿ ਸੱਚੇ ਧਰਮੀ ਪੁਰਸ਼ ਉਹ ਹਨ ਜਿਨ੍ਹਾਂ ਦੇ ਹਿਰਦੇ ਮੁਹੱਬਤ ਨਾਲ ਭਰਪੂਰ ਹਨ। ਇਸੇ ਨਾਲ ਸੰਬੰਧਿਤ ਉਹਨਾਂ ਦਾ ਥੱਲੇ ਲਿਖਿਆ ਹੋਇਆ ਇੱਕ ਸ਼ਲੋਕ ਹੈ, ਦਿਲ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿਉ ਕਾਢੇ ਕੱਚਿਆ। ਕਿ ਪਰਮਾਤਮਾ ਦੇ ਸੱਚੇ ਆਸ਼ਿਕ ਉਹੀ ਹਨ ਜਿਨ੍ਹਾਂ ਦਾ ਹਿਰਦਾ ਦਿਲ ਪਿਆਰ ਮੁਹੱਬਤ ਨਾਲ ਭਰਪੂਰ ਹੁੰਦਾ ਹੈ। ਆਓ ਪਹਿਲਾਂ ਇਸ ਨੂੰ ਅਸੀਂ ਧਿਆਨ ਨਾਲ ਸਮਝ ਲਈਏ ਕਿ ਸੂਫੀ ਕਵੀ ਫਰੀਦ ਜੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਉਹਨਾਂ ਦੇ 100 ਤੋਂ ਵੱਧ ਸ਼ਲੋਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਉਹਨਾਂ ਦੀ ਬਾਣੀ ਵਿੱਚ ਇੰਨੀ ਉੱਚਤਾ ਹੋਣ ਦੇ ਕਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ। ਆਓ ਹੁਣ ਅਸੀਂ ਅੱਗੇ ਪੜ੍ਹਦੇ ਹਾਂ। ਉਹਨਾਂ ਸਿੱਖਿਆ ਦਿੱਤੀ ਕਿ ਸਭ ਨਾਲ ਪ੍ਰੇਮ ਪਿਆਰ ਕਰੋ ਤੇ ਸਭ ਦਾ ਭਲਾ ਮਨਾਓ। ਜੇ ਕੋਈ ਬੁਰਾ ਵੀ ਕਰੇ ਤਾਂ ਵੀ ਭਲਾਈ ਵਾਲਾ ਵਿਹਾਰ ਕਰਕੇ ਉਸ ਦਾ ਦਿਲ ਜਿੱਤਣ ਦਾ ਯਤਨ ਕਰਨਾ ਨੇਕੀ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਡਾ ਤਨ ਮਨ ਸਦਾ ਖੁਸ਼ਹਾਲ ਰਹੇਗਾ। ਉਹਨਾਂ ਦੁਆਰਾ ਲਿਖਿਆ ਇੱਕ ਸ਼ਲੋਕ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾ, ਦੇ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾ। ਇਸ ਵਿੱਚ ਫਰੀਦ ਜੀ ਕਹਿ ਰਹੇ ਹਨ ਕਿ ਅਗਰ ਤੇਰੇ ਨਾਲ ਕੋਈ ਬੁਰਾ ਵੀ ਕਰਦਾ ਹੈ ਤਾਂ ਤੂੰ ਆਪਣੇ ਮਨ ਵਿੱਚ ਉਸ ਪ੍ਰਤੀ ਗੁੱਸਾ ਨਾ ਲਿਆ। ਇਸ ਨਾਲ ਤੂੰ ਆਪਣੇ ਹੀ ਸਰੀਰ ਨੂੰ ਰੋਗ ਲਵਾਏਗਾ। ਪਿਆਰੇ ਵਿਦਿਆਰਥੀਓ, ਬਾਬਾ ਫਰੀਦ ਜੀ ਦੇ ਜੀਵਨ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਸਭ ਨਾਲ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ, ਕਦੇ ਕਿਸੇ ਦੀ ਬੁਰਾਈ ਨਹੀਂ ਕਰਨੀ ਚਾਹੀਦੀ। ਇਹ ਸਿੱਖਿਆ ਸਾਨੂੰ ਆਪਣੇ ਜੀਵਨ 'ਤੇ ਵੀ ਲਾਗੂ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਅਸੀਂ ਸਭ ਨਾਲ ਪਿਆਰ ਕਰਾਂਗੇ, ਕਿਸੇ ਦੀ ਬੁਰਾਈ ਨਹੀਂ ਕਰਾਂਗੇ ਤੇ ਸਾਡਾ ਮਨ ਹਮੇਸ਼ਾ ਖੁਸ਼ਹਾਲ ਰਹੇਗਾ। ਕਿਉਂਕਿ ਕੋਈ ਵੀ ਧਰਮ ਸਾਨੂੰ ਕਦੇ ਕਿਸੇ ਦਾ ਬੁਰਾ ਕਰਨਾ ਨਹੀਂ ਸਿਖਾਉਂਦਾ। ਆਓ ਅਗਲੇ ਪੈਰੇ 'ਤੇ ਚਾਨਣਾ ਪਾਈਏ। ਕਹਿੰਦੇ ਆ ਕਿ ਇੱਕ ਵਾਰ ਇੱਕ ਸੱਜਣ ਫਰੀਦ ਜੀ ਪਾਸ ਕੈਂਚੀ ਲੈ ਕੇ ਆਇਆ ਤੇ ਉਸਨੇ ਸਿਫਤ ਕਰਦਿਆਂ ਕਿਹਾ, ਇਹ ਕੈਂਚੀ ਬੜੇ ਮਜ਼ਬੂਤ ਲੋਹੇ ਦੀ ਬਣੀ ਹੋਈ ਹੈ ਤੇ ਬਹੁਤ ਤਿੱਖੀ ਹੈ। ਇਸ ਦੀ ਧਾਰ ਸੋਹਣੀ ਲੱਗੀ ਹੋਈ ਹੈ ਤੇ ਬਹੁਤ ਸੋਹਣਾ ਕੱਟਦੀ ਹੈ। ਬਾਬਾ ਫਰੀਦ ਜੀ ਨੇ ਕੈਂਚੀ ਉਸ ਦੇ ਹੱਥ ਵਿੱਚੋਂ ਲੈ ਲਈ ਤੇ ਉਸ ਨੂੰ ਚਾਰੇ ਪਾਸੇ ਘੁਮਾ ਕੇ ਦੇਖਿਆ ਤੇ ਕਿਹਾ, ਭਾਈ ਪ੍ਰੇਮੀਆ, ਤੂੰ ਇਹ ਲੈ ਜਾ। ਇਹ ਤਾਂ ਕੱਟਣ ਵਾਲੀ ਤੇ ਚੀਰ ਫਾੜ ਕਰਨ ਵਾਲੀ ਚੀਜ਼ ਹੈ
ਤੇ ਸਾਡਾ ਕੰਮ ਕੱਟਣਾ ਤੋੜਨਾ ਨਹੀਂ ਸਗੋਂ ਜੋੜਨਾ ਹੈ। ਤੂੰ ਮੈਨੂੰ ਇਸ ਦੀ ਥਾਂ ਤੇ ਇੱਕ ਨਿੱਕੀ ਜਿਹੀ ਸੂਈ ਲਿਆ ਦੇ ਤਾਂ ਕਿ ਮੈਂ ਪਾਟਿਆਂ ਨੂੰ ਜੋੜ ਸਕਾਂ, ਅੱਡੋ ਅੱਡ ਨਿਖੜੇ ਦਿਲਾਂ ਨੂੰ ਪ੍ਰੀਤ ਪਿਆਰ ਦੇ ਧਾਗੇ ਵਿੱਚ ਪਰੋ ਸਕਾਂ। ਪਿਆਰੇ ਵਿਦਿਆਰਥੀਓ, ਬਾਬਾ ਫਰੀਦ ਜੀ ਦੇ ਜੀਵਨ ਤੋਂ ਸਾਨੂੰ ਹਮੇਸ਼ਾ ਪਿਆਰ ਮੁਹੱਬਤ ਨਾਲ ਮਿਲ ਕੇ ਰਹਿਣ ਦੀ ਸਿੱਖਿਆ ਮਿਲਦੀ ਹੈ। ਕਹਿੰਦੇ ਹਨ ਕਿ ਬਾਬਾ ਜੀ ਨੇ ਜਦੋਂ ਕੈਂਚੀ ਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ, ਇਸ ਦਾ ਕੰਮ ਤਾਂ ਕੱਟਣਾ ਹੈ ਪਰ ਸਾਡਾ ਕੰਮ ਅੱਡ ਹੋਇਆਂ ਨੂੰ ਜੋੜਨਾ ਹੈ। ਇਸ ਕਰਕੇ ਬਾਬਾ ਜੀ ਨੇ ਉਸ ਸੱਜਣ ਨੂੰ ਕਿਹਾ, ਤੂੰ ਇਸ ਦੀ ਥਾਂ ਤੇ ਜੇਕਰ ਤੂੰ ਮੈਨੂੰ ਇੱਕ ਸੂਈ ਲਿਆ ਦੇਵੇ ਤਾਂ ਮੈਂ ਅਲੱਗ-ਅਲੱਗ ਹੋਇਆਂ ਨੂੰ ਜੋੜ ਸਕਾਂ, ਪ੍ਰੇਮ ਪਿਆਰ ਦੇ ਧਾਗੇ ਵਿੱਚ ਪਰੋ ਸਕਾਂ। ਪਿਆਰੇ ਵਿਦਿਆਰਥੀਓ, ਇਹ ਜਿਹੜੀਆਂ ਸਿੱਖਿਆਵਾਂ ਸਾਨੂੰ ਮਹਾਂਪੁਰਸ਼ਾਂ ਦੇ ਜੀਵਨ ਤੋਂ ਪ੍ਰਾਪਤ ਹੁੰਦੀਆਂ ਹਨ, ਇਹ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਹੋਣੀਆਂ ਚਾਹੀਦੀਆਂ, ਸਗੋਂ ਅਜਿਹੀਆਂ ਸਿੱਖਿਆ ਸਾਨੂੰ ਆਪਣੇ ਜੀਵਨ 'ਤੇ ਵੀ ਲਾਗੂ ਕਰਨੀਆਂ ਚਾਹੀਦੀਆਂ ਹਨ। ਆਓ ਅੱਗੇ ਪੈਰਾ ਸ਼ੁਰੂ ਕਰਦੇ ਹਾਂ। ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਵੱਲ ਨਜ਼ਰ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਜ਼ਮਾਨਾ ਦਵੈਸ਼ ਤੇ ਨਫ਼ਰਤ ਦਾ ਸੀ। ਮੰਗੋਲਾਂ ਦੇ ਹਮਲਿਆਂ ਨੇ ਹਾਹਾਕਾਰ ਮਚਾਈ ਹੋਈ ਸੀ। ਇਹਨਾਂ ਨੇ ਸਿੰਧ, ਮੁਲਤਾਨ ਤੇ ਲਾਹੌਰ ਤੱਕ ਕਬਜ਼ਾ ਕਰਕੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ। ਇਤਿਹਾਸਕਾਰਾਂ ਅਨੁਮਾਨ ਲਾਇਆ ਹੈ ਕਿ ਜ਼ਾਬਰ ਮੰਗੋਲਾਂ ਨੇ ਲਗਭਗ 80 ਲੱਖ ਬੰਦਿਆਂ ਦਾ ਕਤਲ ਕੀਤਾ। ਇਹ ਖੂਨੀ ਹਾਲਾਤ ਦੱਸਦੇ ਹਨ ਕਿ ਉਸ ਸਮੇਂ ਮਨੁੱਖੀ ਜੀਵਨ ਦੀ ਕੀ ਕਦਰ ਕੀਮਤ ਸੀ। ਪਰ ਅਜਿਹੇ ਭੈੜੇ ਤੇ ਖੂਨੀ ਵਾਤਾਵਰਨ ਵਿੱਚ ਬਾਬਾ ਫਰੀਦ ਜੀ ਇਹ ਸੰਦੇਸ਼ ਦੇ ਰਹੇ ਸਨ ਕਿ ਸਭਨਾਂ ਦੇ ਅੰਦਰ ਰੱਬ ਵਸਦਾ ਹੈ ਤੇ ਸਾਰੇ ਇਨਸਾਨ ਮਾਨਕ ਮੋਤੀ ਹਨ ਤੇ ਸਭ ਦਾ ਬਰਾਬਰ ਸਤਿਕਾਰ ਕਰਨਾ ਹੀ ਸਾਡਾ ਪਵਿੱਤਰ ਫਰਜ਼ ਹੈ। ਕਿਸੇ ਨੂੰ ਮੰਦਾ ਬੋਲਣਾ ਠੀਕ ਨਹੀਂ। ਉਹਨਾਂ ਦੁਆਰਾ ਲਿਖਿਆ ਸ਼ਲੋਕ ਇਸ ਦੀ ਉਦਾਹਰਨ ਹੈ। ਇੱਕ ਫਿੱਕਾ ਨਾ ਗਾਲੀਏ ਸਭਨਾ ਮੇ ਸੱਚਾ ਤਨੀ, ਹਿਆਓ ਨਾ ਕੇਹੀ ਥਾਂ ਮਾਨਕ ਸਭ ਅਮੁੱਲ। ਇਸ ਵਿੱਚ ਫਰੀਦ ਜੀ ਨੇ ਕਿਹਾ ਹੈ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ। ਸਭ ਦੇ ਦਿਲਾਂ ਵਿੱਚ ਪਰਮਾਤਮਾ ਆਪ ਵਸਦਾ ਹੈ। ਆਓ ਅੱਗੇ ਪੜ੍ਹਨ ਤੋਂ ਪਹਿਲਾਂ ਅਸੀਂ ਜੋ ਪੈਰਾ ਪੜ੍ਹਿਆ ਹੈ ਇਸ ਨੂੰ ਪੂਰੇ ਵਿਸਥਾਰ ਨਾਲ ਜਾਣੀਏ। ਜੇਕਰ ਅਸੀਂ ਉਸ ਸਮੇਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਸੰਸਾਰ ਵਿੱਚ ਉਸ ਸਮੇਂ ਨਫ਼ਰਤ, ਦਵੈਸ਼ ਤੇ ਕਈ ਜਾਤੀਆਂ ਦੇ ਹਮਲਿਆਂ ਕਾਰਨ ਹਾਹਾਕਾਰ ਮੱਚੀ ਹੋਈ ਸੀ। ਮੰਗੋਲਾਂ ਦੇ ਹਮਲੇ, ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਮੰਗੋਲਾਂ ਬਾਰੇ ਦੱਸ ਦਈਏ। ਸ਼ਾਇਦ ਤੁਸੀਂ ਆਪਣੀ ਇਤਿਹਾਸ ਵਿੱਚ ਇਸ ਜਾਤੀ ਬਾਰੇ ਸੁਣਿਆ ਹੈ। ਮੰਗੋਲ ਸਾਮਰਾਜ 13ਵੀਂ ਅਤੇ 14ਵੀਂ ਸਦੀ ਦੌਰਾਨ ਇੱਕ ਵਿਸ਼ਾਲ ਸਾਮਰਾਜ ਸੀ। ਮੱਧ ਏਸ਼ੀਆ ਤੋਂ ਸ਼ੁਰੂ ਇਹ ਰਾਜ ਪੂਰਬ ਵਿੱਚ ਯੂਰਪ ਤੋਂ ਲੈ ਕੇ ਪੱਛਮ ਵਿੱਚ ਜਾਪਾਨ ਦੇ ਸਾਗਰ ਤੱਕ ਅਤੇ ਉੱਤਰ ਵਿੱਚ ਸਾਇਬੇਰੀਆ ਤੋਂ ਲੈ ਕੇ ਦੱਖਣ ਵਿੱਚ ਭਾਰਤੀ ਉਪ ਮਹਾਦੀਪ ਤੱਕ ਫੈਲਿਆ ਸੀ। ਆਮ ਤੌਰ 'ਤੇ ਇਸ ਨੂੰ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਤਿਆਰ ਬਰ ਤਿਆਰ ਸਾਮਰਾਜ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ ਉਸ ਸਮੇਂ ਇਸ ਜਾਤੀ ਨੇ ਬੜੇ ਕਤਲੇਆਮ ਮਚਾਇਆ ਸੀ। ਪਰ ਇਸ ਨਫ਼ਰਤ ਭਰੇ ਵਾਤਾਵਰਨ ਵਿੱਚ ਵੀ ਬਾਬਾ ਫਰੀਦ ਜੀ ਨੇ ਇਹੋ ਉਪਦੇਸ਼ ਦਿੱਤਾ ਕਿ ਸਭ ਦੇ ਅੰਦਰ ਰੱਬ ਵਸਦਾ ਹੈ। ਸਾਨੂੰ ਕਿਸੇ ਨਾਲ ਬੁਰਾ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਆਪਣੇ ਸ਼ਲੋਕਾਂ ਵਿੱਚ ਵੀ ਸਭ ਨਾਲ ਮਿੱਠਾ ਬੋਲਣ ਤੇ ਕਿਸੇ ਨਾਲ ਬੁਰਾ ਨਾ ਕਰਨ ਬਾਰੇ ਕਿਹਾ ਹੈ। ਆਓ ਹੁਣ ਅੱਗੇ ਪੜ੍ਹਦੇ ਹਾਂ।
ਧਰਮ ਦੇ ਨਾਂ 'ਤੇ ਮੁਲਾਨੀ ਜਾਂ ਫਕੀਰ ਪ੍ਰਪੱਚ ਕਰਦੇ ਸਨ, ਉਹ ਵੀ ਬਾਬਾ ਫਰੀਦ ਨੂੰ ਪਸੰਦ ਨਹੀਂ ਸੀ। ਉਹ ਨਮਾਜ਼ਾਂ, ਰੋਜ਼ੇ ਵਗੈਰਾ ਦਾ ਫਰਜ਼ ਪੂਰਾ ਕਰਦੇ ਸਨ, ਪਰ ਜੇ ਕੋਈ ਇਹ ਸ਼ਰੀਅਤ ਇਸਲਾਮ ਧਰਮ ਦੇ ਰੀਤੀ ਰਿਵਾਜ਼ਾਂ ਨੂੰ ਕਹਿੰਦੇ ਹਨ, ਅੰਦਰੋਂ ਸੁੱਚਾ ਨਹੀਂ ਸੀ ਤਾਂ ਉਹ ਵੀ ਉਹਨਾਂ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਸੀ। ਉਹ ਸਾਫ਼ ਲਿਖਿਆ ਹੈ ਉਹਨਾਂ ਨੇ ਕਿ ਕੋਈ ਬੰਦਗੀ ਲਈ ਮੁਸੱਲਾ ਚੁੱਕੀ ਫਿਰੇ, ਮੁਸੱਲਾ ਨਮਾਜ਼ ਪੜ੍ਹਨ ਲਈ ਆਸਨ, ਤੇ ਦਿਖਾਵੇ ਲਈ ਕਾਲੇ ਸੂਫ ਦੇ ਕੱਪੜੇ ਵੀ ਪਾ ਲਵੇ ਤਾਂ ਉਹ ਅਜਿਹਾ ਕਰਕੇ ਰੱਬੀ ਦਰਵੇਸ਼ ਨਹੀਂ ਬਣ ਜਾਂਦਾ, ਉਹ ਤਾਂ ਸਗੋਂ ਹਨੇਰ ਢੋਂਦਾ ਹੈ। ਉਹਨਾਂ ਦੁਆਰਾ ਲਿਖਿਆ ਸ਼ਲੋਕ ਇਸ ਦੀ ਉਦਾਹਰਨ ਹੈ। ਫਰੀਦਾ ਕੰਨ ਮੁਸੱਲਾ ਸੂਫ, ਗਲ ਤਿਲਕਾਤ ਗੜਕਵਾਤ, ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ। ਪਿਆਰੇ ਵਿਦਿਆਰਥੀਓ, ਬਾਬਾ ਫਰੀਦ ਜੀ ਬੇਸ਼ੱਕ ਆਪਣੇ ਧਰਮ ਨਾਲ ਸੰਬੰਧਿਤ ਹਰ ਰੀਤੀ ਰਿਵਾਜ ਕਰਦੇ ਸਨ, ਪਰ ਉਹਨਾਂ ਦਾ ਇੱਕ ਇਹ ਵੀ ਉਪਦੇਸ਼ ਸੀ ਕਿ ਬੇਸ਼ੱਕ ਤੁਸੀਂ ਨਮਾਜ਼ ਪੜ੍ਹੋ, ਧਰਮ ਨਾਲ ਸੰਬੰਧਿਤ ਰੀਤੀ ਰਿਵਾਜ ਕਰੋ, ਪਰ ਜੇਕਰ ਤੁਹਾਡਾ ਮਨ ਪਵਿੱਤਰ ਨਹੀਂ ਜਾਂ ਸੱਚਾ ਨਹੀਂ ਤਾਂ ਵਰਤ ਰੱਖਣਾ, ਨਮਾਜ਼ ਪੜ੍ਹਨਾ, ਪੂਜਾ ਪਾਠ ਕਰਨਾ ਸਭ ਵਿਅਰਥ ਹੈ। ਇਹ ਗੱਲ ਬਿਲਕੁਲ ਸੱਚ ਹੈ ਕਿ ਅਸੀਂ ਇਹ ਕਹਿ ਦਿੰਦੇ ਹਾਂ ਕਿ ਮੈਂ ਸਵੇਰੇ ਮੰਦਰ ਗੁਰਦੁਆਰੇ ਜਾ ਕੇ ਮੱਥਾ ਟੇਕਦਾ ਹਾਂ, ਨਿਤਨੇਮ ਨਾਲ ਪਾਠ ਪੂਜਾ ਕਰਦਾ ਹਾਂ, ਪਰ ਜੇਕਰ ਸਾਡੇ ਮਨ ਵਿੱਚ ਵੈਰ ਨਫ਼ਰਤ ਹੈ ਤਾਂ ਇਹ ਸਭ ਪੂਜਾ ਪਾਠ ਵਿਅਰਥ ਹਨ। ਇਹ ਸਿਰਫ ਰੱਬ ਨੂੰ ਅਸੀਂ ਇੱਕ ਦਿਖਾਵਾ ਕਰਦੇ ਹਾਂ। ਆਓ ਅਗਲਾ ਪੈਰਾ ਸ਼ੁਰੂ ਕਰਦੇ ਹਾਂ। ਕੁਝ ਅਣਜਾਣ ਲੋਕਾਂ ਇਹ ਵੀ ਲਿਖਿਆ ਹੈ ਕਿ ਬਾਬਾ ਫਰੀਦ ਜੀ ਦਿੱਲੀ ਦੇ ਬਾਦਸ਼ਾਹਾਂ ਦੇ ਹਮਾਇਤੀ ਸਨ ਤੇ ਚੰਗੇ ਅਮੀਰ ਸਨ, ਲੇਕਿਨ ਤਾਰੀਖ ਤੋਂ ਇਸ ਦੀ ਪੁਸ਼ਟੀ ਨਹੀਂ ਹੁੰਦੀ। ਇੱਕ ਵਾਰ ਸੁਲਤਾਨ ਨਸੀਰੁਦੀਨ ਮਹਿਮੂਦ ਨੇ ਆਪਣਾ ਵਜ਼ੀਰ ਅਲਗ ਖਾਂ ਭੇਜ ਕੇ ਜਗੀਰ ਦਾ ਪਟਾ ਤੇ ਕੁਝ ਨਕਦ ਰਕਮ ਆਪ ਪਾਸ ਭੇਜੀ। ਨਕਦੀ ਤਾਂ ਆਪ ਨੇ ਲੈ ਕੇ ਉਸੇ ਸਮੇਂ ਦਰਵੇਸ਼ਾਂ ਵਿੱਚ ਵੰਡ ਦਿੱਤੀ ਤੇ ਜਗੀਰ ਦਾ ਸ਼ਾਹੀ ਪਰਵਾਨਾ ਵਾਪਸ ਮੋੜ ਕੇ ਕਿਹਾ, ਸੁਲਤਾਨ ਸਾਨੂੰ ਇਹ ਦੇ ਕੇ ਸਾਡੇ ਉੱਤੇ ਅਹਿਸਾਨ ਕਰਦਾ ਜਾਪਦਾ ਹੈ, ਜਦੋਂ ਕਿ ਸਾਡਾ ਅਸਲ ਅੰਨਦਾਤਾ ਰੱਬ ਸਾਨੂੰ ਬਿਨਾਂ ਕੋਈ ਅਹਿਸਾਨ ਜਤਾਏ ਲਗਾਤਾਰ ਰਿਜ਼ਕ ਦੇਈ ਜਾਂਦਾ ਹੈ। ਕਹਿੰਦੇ ਹਨ ਕਿ ਬਾਬਾ ਫਰੀਦ ਜੀ ਇਹ ਇੱਕ ਚੰਗੇ ਅਮੀਰ ਪਰਵਾਨਾ ਸਨ, ਪਰ ਜਦੋਂ ਸੁਲਤਾਨ ਨਸੀਰੁਦੀਨ ਨੇ ਰਕਮ ਭੇਜੀ ਤਾਂ ਆਪ ਨੇ ਉਹ ਪ੍ਰਵਾਨਾ ਕੀਤੀ। ਉਹਨਾਂ ਦਾ ਇਹੀ ਕਹਿਣਾ ਸੀ ਕਿ ਦੇਣ ਵਾਲਾ ਤੇ ਅਸਲ ਉਹ ਅੰਨਦਾਤਾ ਰੱਬ ਹੈ। ਆਓ ਇਸ ਤੋਂ ਅੱਗੇ ਸ਼ੁਰੂ ਕਰਦੇ ਹਾਂ। ਇਸੇ ਤਰ੍ਹਾਂ ਇੱਕ ਵਾਰ ਦੀ ਗੱਲ ਹੈ ਕਿ ਇੱਕ ਗਰੀਬ ਬੰਦਾ ਆ ਕੇ ਆਖਣ ਲੱਗਾ ਕਿ ਮੈਨੂੰ ਬਾਦਸ਼ਾਹ ਬਲਬਨ ਵੱਲ ਇੱਕ ਸਿਫਾਰਸ਼ੀ ਰੁਕਾ ਲਿਖ ਦਿਓ ਤਾਂ ਕਿ ਮੈਂ ਉਹਨਾਂ ਤੋਂ ਕੋਈ ਮਾਲੀ ਇਮਦਾਦ ਲੈ ਸਕਾਂ। ਬਾਬਾ ਫਰੀਦ ਉਸ ਨੂੰ ਨਿਮਾਣੇ ਦੀ ਅਰਜ਼ ਸੁਣ ਕੇ ਦਇਆ ਆ ਗਈ ਤੇ ਬਾਦਸ਼ਾਹ ਨੂੰ ਲਿਖਿਆ, ਜੇ ਤੂੰ ਇਸ ਲੋੜਵੰਦ ਨੂੰ ਕੁਝ ਦੇ ਸਕੇ ਤਾਂ ਇਹੋ ਖਿਆਲ ਕੀਤਾ ਜਾਵੇਗਾ ਕਿ ਅਸੀਂ ਤਾਂ ਕੁਝ ਵੀ ਕਰਨ ਜੋਗੇ ਨਹੀਂ। ਇਹ ਗੱਲਾਂ ਦੱਸਦੀਆਂ ਹਨ ਕਿ ਉਹ ਵੱਡੇ ਬਾਦਸ਼ਾਹਾਂ ਦੀ ਵੀ ਕੋਈ ਪਰਵਾਹ ਨਹੀਂ ਸੀ ਕਰਦੇ ਤੇ ਆਜ਼ਾਦ ਜੀਵਨ ਬਸਰ ਕਰਦੇ ਸਨ। ਕਹਿੰਦੇ ਹਨ ਕਿ ਇੱਕ ਵਾਰ ਇੱਕ ਵਿਅਕਤੀ ਬਾਬਾ ਜੀ ਕੋਲ ਆਇਆ ਤੇ ਉਸ ਗਰੀਬ ਨੇ ਕਿਹਾ ਕਿ ਉਸ ਨੂੰ ਬਾਦਸ਼ਾਹ ਕੋਲ ਮਦਦ ਵਾਸਤੇ ਇੱਕ ਰੁੱਕਾ ਲਿਖਿਆ ਜਾਵੇ ਤੇ ਬਾਬਾ ਫਰੀਦ ਜੀ ਨੇ ਉਸ ਰੁੱਕੇ ਵਿੱਚ ਲਿਖਿਆ ਕਿ ਤੂੰ ਇਸ ਲੋੜਵੰਦ ਦੀ ਕੁਝ ਦੇ ਸਕੇ ਤਾਂ ਇਹੋ ਖਿਆਲ ਰੱਖ ਕਿ ਦੇਣ ਵਾਲਾ ਪਰਮਾਤਮਾ ਹੈ, ਤੂੰ ਕੁਝ ਵੀ ਨਹੀਂ। ਆਓ ਅਗਲਾ ਪੈਰਾ ਸ਼ੁਰੂ ਕਰਦੇ ਹਾਂ। ਮੁਸਲਿਮ ਫਕੀਰਾਂ ਵਿੱਚ ਕਰਾਮਾਤ ਦੀ ਬੜੀ ਚਰਚਾ ਹੈ ਤੇ ਇਸ ਨੂੰ
रूहानी वडियाई दी निशानी समझिया जाता है। पर बाबा फरीद अजिहियां गल्लां पसंद नहीं सन करदे। एक वेर शेख फरीद ते शेख बहाउद्दीन सैर करदे दूर निकल गए ते राह विच चर्चा छिड़ पई कि करामात वड्डी है जां मुलाकात। बाबा फरीद इंसानी मुलाकात नूं वड्डा कहंदे सन ते बहाउद्दीन करामात नूं। जदों दोवें दरवेश चलदे चलदे नगर पास पहुँचे तां सख्त मींह हनेरी आ गई ते तूफान झुल्लन लगा। बाबा फरीद हस के कहन लगे, शेख जी हुण वक्त है करामात दिखाओ ताकि आफत तो बचाव हो सके। शेख बहाउद्दीन दा जवाब सी, इन्नी छेती करामात किवें हो सकदी है, मैं की कर सकदा हां। शेख फरीद जी ने कहा, इस पिंड विच एक गरीबड़ा जिहा बंदा है जो कि साडा मेली मुलाकाती है, जाणू पछाणू है। आपां उस पास चलदे हां। दोवें उस दे घर चले गए। उसने आदर नाल फकीरां नूं सफ ते बिठाया, अग बाल के पानी गर्म किया ते हथ पैर धुआ के सरदा बनदा भोजन खुआया। अखीर इस प्रेमी जोड़े ने आराम लई कपड़े भी विछा दिते। दोवें फकीर इस परौणाचारी ते बड़े खुश होए। शेख फरीद जी हस के कहन लगे, दसो शेख जी, किस चीज़ विच वडियाई है। बहाउद्दीन दा जवाब सी कि तुहाडी गल ठीक है, करामात नालों मुलाकात सचमुच वड्डी है। कहंदे हन कि मुसलमान फकीरां विच करामात दी बड़ी चर्चा हुंदी है, पर बाबा फरीद जी अजिहियां गल्लां पसंद नहीं सन करदे ते उन्हां दा मित्र बहाउद्दीन इस गल नूं ਮੰਨਦਾ ਸੀ। पर कहते हैं कि जद बहाउद्दीन कोल मुश्किल समय विच कोई करामात ना सुझी तां बाबा फरीद जी ने कहा कि मुलाकात सब तो वड्डी हुंदी है, क्योंकि जो मुश्किल विच तुहाडे उसे वक्त काम आउंदा है तां करामात नहीं, मुलाकात नूं ही वड्डा समझिया जांदा है। आओ अगला पैरा शुरू करदे हां। बाबा फरीद वड्ड परिवारी गृहस्थी पुरुष सन। आप दियां 3 शादियां सन, जिन्हां तो 5 लड़के ते 3 लड़कियां पैदा होईयां। आप दे पुत्तर खेतीबाड़ी करके गुजारा करदे सन ते एक सरकारी नौकरी विच सी। पुत्तरां नूं ख्याल सी कि चिश्ती फिरके दी गद्दी खानदानी तौर ते सानूं मिल ही जावेगी, लेकिन बाबा फरीद ने अंत समय अपना मुसल्ला ते तस्बी माला सैयद महमूद कियानी दे हथ शेख निजामुद्दीन पास दिल्ली भेज के उसनूं अपना जानशी थाप दिता, जानशी वारिस। इस तो जाहिर है कि आप दे दिल विच अपने परिवार दी भी बहुती खिच नहीं सी। ਉਹ ਜਿਸ ਨੂੰ रूहानी तौर ते उत्तम समझदे सन, उसे नूं ही उन्हां गद्दी दित्ती। प्यारे विद्यार्थियों, ये जरूरी नहीं कि कोई महापुरुष अपनी गुरगद्दी अपने पुत्तरां नूं ही देवे, क्योंकि बाबा फरीद जी जिस नूं रूहानी तौर ते उत्तम समझदे सन, उस नूं ही अपनी गुरगद्दी सौंपी। आओ हुण असीं अखीरला पैरा पढ़दे हां। बुढ़ापे समय आप दा शरीर काफ़ी कमज़ोर हो गया सी, इस करके ਉਹ ਡੰਗੋਰੀ ਫੜ ਕੇ ਤੁਰਨ ਲੱਗ ਪਏ। ਪਰ ਇਹ ਗੱਲ ਉਹਨਾਂ ਨੂੰ ਉਂਝ ਚੰਗੀ ਨਹੀਂ ਸੀ ਲੱਗਦੀ। ਇੱਕ ਦਿਨ ਅਜਿਹਾ ਰੋ ਆਇਆ ਕਿ ਸੋਟੀ ਦੂਰ ਵਗਾ ਕੇ ਮਾਰੀ। ਕਹਿਣ ਲੱਗੇ, ਮੈਂ ਅੱਛਾ ਨਹੀਂ ਕੀਤਾ ਕਿ ਇੱਕ ਅੱਲਾ ਤੋਂ ਬਗੈਰ ਕਿਸੇ ਹੋਰ ਤੇ ਭਰੋਸਾ ਕੀਤਾ, ਤੇ ਕਿਸੇ ਫਕੀਰ ਨੂੰ ਤਾਂ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਦਾ ਸੀ ਉਹਨਾਂ ਦਾ ਇਲਾਹੀ ਇਤਕਾਦ। ਅਖੀਰ 15 ਅਕਤੂਬਰ 1265 ਈਸਵੀ ਨੂੰ
ਵਿਸ਼ਾਖਾਪਟਨਮ ਵਿੱਚ ਆਪ ਦਾ ਦੇਹਾਂਤ ਹੋਇਆ। ਇੱਥੇ ਆਪ ਦਾ ਮਕਬਰਾ ਬਣਿਆ ਹੋਇਆ ਹੈ। ਪਿਆਰੇ ਵਿਦਿਆਰਥੀਓ, ਕਹਿੰਦੇ ਹਨ ਕਿ ਬੁਢਾਪੇ ਸਮੇਂ ਫਰੀਦ ਜੀ ਦਾ ਸਰੀਰ ਕਾਫੀ ਕਮਜ਼ੋਰ ਹੋ ਗਿਆ ਸੀ ਤੇ ਉਹ ਸੋਟੀ ਦੇ ਸਹਾਰੇ ਤੁਰਨ ਲੱਗੇ। ਪਰ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਪਰਮਾਤਮਾ ਤੋਂ ਸਿਵਾ ਉਹਨਾਂ ਨੂੰ ਕਿਸੇ ਦਾ ਵੀ ਆਸਰਾ ਨਹੀਂ, ਤਾਂ ਉਹਨਾਂ ਨੇ ਸੋਟੀ ਨੂੰ ਵਗਾ ਕੇ ਮਾਰ ਦਿੱਤਾ। ਅੱਜ ਅਸੀਂ ਬਾਬਾ ਫਰੀਦ ਜੀ ਦੇ ਜੀਵਨ ਬਾਰੇ ਪੜ੍ਹਿਆ। ਉਹਨਾਂ ਦੇ ਜੀਵਨ ਤੋਂ ਸਾਨੂੰ ਮਾਨਵਤਾ ਨਾਲ ਪਿਆਰ ਕਰਨਾ, ਸੱਚੇ ਸੁੱਚੇ ਆਚਰਣ, ਪ੍ਰਭੂ ਭਗਤੀ ਬਾਰੇ ਅਤੇ ਕਿਸੇ ਨਾਲ ਵੀ ਬੁਰਾ ਨਾ ਕਰਨਾ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ। ਆਓ ਹੁਣ ਅਸੀਂ ਇਸ ਪਾਠ ਨਾਲ ਸੰਬੰਧਿਤ ਕੁਝ ਪ੍ਰਸ਼ਨ ਤੁਹਾਨੂੰ ਦੱਸ ਦਈਏ। ਪ੍ਰਸ਼ਨ ਨੰਬਰ 1, ਬਾਬਾ ਫਰੀਦ ਜੀ ਦੇ ਜੀਵਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਪ੍ਰਸ਼ਨ ਨੰਬਰ 2, ਮੰਗੋਲ ਸਾਮਰਾਜ ਕਿਹੜੀ ਸਦੀ ਵਿੱਚ ਫੈਲਿਆ ਸੀ? ਪ੍ਰਸ਼ਨ ਨੰਬਰ 3, ਬਾਬਾ ਫਰੀਦ ਜੀ ਕਿਸ ਚੀਜ਼ ਨੂੰ ਵੱਡੀ ਕਹਿੰਦੇ ਸਨ? ਕਰਾਮਾਤ ਜਾਂ ਮੁਲਾਕਾਤ? ਹਾਂ ਜਾਂ ਨਾ ਵਿੱਚ ਉੱਤਰ ਲਿਖੋ। ਪ੍ਰਸ਼ਨ ਨੰਬਰ 4, ਕੈਂਚੀ ਕਿਸ ਚੀਜ਼ ਦਾ ਕੰਮ ਕਰਦੀ ਹੈ? ਪ੍ਰਸ਼ਨ ਨੰਬਰ 5, ਬਾਬਾ ਫਰੀਦ ਜੀ ਨੇ ਸੱਜਣ ਨੂੰ ਕੀ ਲਿਆਉਣ ਲਈ ਕਿਹਾ? ਬਾਬਾ ਫਰੀਦ ਜੀ ਦੇ ਕਿੰਨੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ? ਉਸ ਤੋਂ ਬਾਅਦ ਹੇਠ ਲਿਖੇ ਸ਼ਬਦਾਂ ਦੇ ਤੁਸੀਂ ਅਰਥ ਦੱਸਣੇ ਹਨ। ਸ਼ਰਅ ਸ਼ਰੀਅਤ ਤੇ ਮੁਸੱਲਾ। ਧੰਨਵਾਦ। ਤੰਦਰੁਸਤ ਰਹੋ, ਸੁਰੱਖਿਅਤ ਰਹੋ।